ਬੇਨਤੀ ਹੈ ਬੜੇ ਸਤਿਕਾਰ ਸਹਿਤ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣਦੇ ਹੋਏ ਗੁਰੂ ਦਰਬਾਰ 'ਚ ਸਜੀਏ। ਕਿਉਂਕਿ ਮੈਂ ਬੇਨਤੀ ਕਰਾਂ, ਕਥਾ ਦੀ ਆਰੰਭਤਾ ਤੋਂ ਪਹਿਲਾਂ ਜੋ ਮੰਗਲਾਚਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕਰਕੇ ਮੰਗਲਾਚਰਨ ਪੜ੍ਹਿਆ ਜਾਂਦਾ ਹੈ। ਇਹ ਭਾਈ ਸਾਹਿਬ ਭਾਈ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਹੈ। ਔਰ ਜਿਹੜਾ ਵੀ ਭਾਵਨਾ ਦੇ ਨਾਲ ਇਸ ਮੰਗਲ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ, ਸੱਚਮੁੱਚ ਉਹਦੇ ਘਰ ਦੇ ਵਿੱਚ, ਉਹਦੇ ਜੀਵਨ ਦੇ ਵਿੱਚ ਦਸੇ ਪਾਤਸ਼ਾਹੀਆਂ ਦਾ ਪਹਿਰਾ ਲੱਗ ਜਾਂਦਾ ਹੈ, ਦਸੇ ਪਾਤਸ਼ਾਹੀਆਂ ਦੀ ਰਹਿਮਤ ਵਰਤਣ ਲੱਗ ਜਾਂਦੀ ਹੈ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਾ ਅਪਾਪੀਏ ਅਪਰਾਧ ਬਿਨ ਸ਼ੀਰ ਖੋਰ ਗੁਰਬਾਲ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਕਿ ਬਾਦਸ਼ਾਹ ਦਿੱਲੀ ਦਾ ਸਿੱਖਾਂ ਬਾਰੇ ਝੂਠ ਦੱਸਦਾ ਹੈ, ਪਰ ਇਹ ਨਹੀਂ ਦੱਸਦਾ ਅਪਾਪੀਏ। ਅਪਾਪੀਏ ਤੋਂ ਭਾਵ ਬੇਦੋਸ਼ੇ, ਜਿਨ੍ਹਾਂ ਦਾ ਦੋਸ਼ ਕੋਈ ਨਹੀਂ, ਜਿਨ੍ਹਾਂ ਕੋਈ ਪਾਪ ਨਹੀਂ ਕੀਤਾ, ਜਿਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਬੱਚਿਆਂ ਨੂੰ ਮੁਗਲ ਹਕੂਮਤ ਨੇ ਜ਼ਬਰੀ ਕਤਲ ਕੀਤਾ ਹੈ। ਬੇਦੋਸ਼ੇ ਫੜ ਗਲ ਕਟੇ ਕਿਹੋ ਨਾਉ ਨੇ ਹਵਾਲ। ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੋ ਲਖਤੇ ਜਿਗਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਨੀਹਾਂ ਦੇ ਵਿੱਚ ਚਿਣੇ ਜਾਂਦੇ ਨੇ ਖਾਲਸਾ ਜੀ। ਪਰ ਵੇਖੋ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਸ਼ਹਾਦਤ ਹੋਈ, ਪਰ ਉਸ ਵਕਤ ਕਿੰਨਾ ਕਿ ਜ਼ੁਲਮ ਢਾਇਆ ਗਿਆ ਹੋਵੇਗਾ ਕਿ ਜਿਸ ਵਕਤ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣ ਲੱਗਾ, ਖਾਲਸਾ ਜੀ ਦੀਵਾਰ ਵੀ ਉੱਥੇ ਦੀਵਾਰ ਨਾ ਬਣ ਸਕੀ, ਦੀਵਾਰ ਵੀ ਢਹਿ ਢੇਰੀ ਹੋ ਗਈ। ਭਾਵ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਦੇ ਟੁਕੜਿਆਂ ਦੇ ਉੱਪਰ ਹੋ ਰਹੇ ਜ਼ੁਲਮ ਨੂੰ ਵੇਖ ਕਰਕੇ ਦੀਵਾਰ ਵੀ ਦੀਵਾਰ ਨਾ ਰਹਿ ਸਕੀ, ਢਹਿ ਢੇਰੀ ਹੋ ਗਈ। ਪਰ ਪਾਪੀ ਜ਼ੁਲਮੀ ਬਾਦਸ਼ਾਹ ਉੱਥੇ ਵੀ ਜ਼ੁਲਮ ਕਮਾਉਣ ਤੋਂ ਹਟਿਆ ਨਾ। ਜਿਸ ਵਕਤ ਦੀਵਾਰ ਡਿੱਗੀ ਹੈ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਰੀਰ ਜ਼ਮੀਨ ਤੇ ਗਿਰੇ। ਸਾਹਿਬਜ਼ਾਦਿਆਂ ਦੇ ਸਵਾਸ ਚੱਲ ਰਹੇ ਸਨ, ਗੋਡਿਆਂ ਦੇ ਭਾਰ ਬਹਿ ਕਰਕੇ ਸਾਹਿਬਜ਼ਾਦਿਆਂ ਦੇ ਗਰਦਨ ਦੇ ਉੱਤੇ ਖੰਜਰ ਚਲਾ ਕਰਕੇ ਕਲਗੀਆਂ ਵਾਲੇ ਦੇ ਲਾਲਾਂ ਨੂੰ ਇਹਨਾਂ ਨੇ ਜ਼ਿਬਹਾ ਕਰ ਦਿੱਤਾ। ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲ ਮੋ ਗਏ, ਦਾਦੇ ਸੋ ਜਸਲੀਨ, ਜ਼ੋਰਾਵਰ ਸਿੰਘ ਫਤਿਹ ਸਿੰਘ ਇਹ ਬਿਦ ਤਜੇ ਪ੍ਰਾਨ, ਪ੍ਰਗਟ ਭਏ ਤਿਹ ਲੋਕ ਮੈਂ ਜਾਨਤ ਸਕਲ ਜਹਾਨ। ਖਾਲਸਾ ਜੀ ਇਹ ਜ਼ੁਲਮ ਢਾਇਆ, ਪਰ ਇਸ ਜ਼ੁਲਮ ਬਾਰੇ ਦੱਸਿਆ ਨਹੀਂ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਕਤਲ ਕਰਨ ਤੋਂ ਬਾਅਦ ਪਾਪੀ ਕਹਿਣ ਲੱਗਾ ਕਿ ਪਿਛਲੇ ਪਾਸੇ ਹੰਸਲਾ ਨਦੀ ਵਗਦੀ ਹੈ, ਉਸ ਹੰਸਲਾ ਨਦੀ ਦੇ ਕਿਨਾਰੇ ਦੇ ਉੱਤੇ ਇਹਨਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸੱਟ ਦਿੱਤਾ ਜਾਵੇ, ਤਾਂ ਕਿ ਆਉਂਦੇ ਜਾਂਦੇ ਰਾਹੀਂ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਵੇਖਣਗੇ, ਉਹਨਾਂ ਨੂੰ ਸਮਝ ਆ ਜਾਵੇਗੀ ਕਿ ਦੁਬਾਰਾ ਸਰਕਾਰ ਤੋਂ ਬਾਗੀ ਨਹੀਂ ਹੋਣਾ, ਸਰਕਾਰ ਦੇ ਨਾਲ ਟੱਕਰ ਨਹੀਂ ਲੈਣੀ। ਪਰ ਮਾਣ ਕਰੀਏ ਕਲਗੀਆਂ ਵਾਲੇ ਦੀ ਸਿੱਖੀ ਦੇ ਉੱਤੇ, ਸੱਚੇ ਪਾਤਸ਼ਾਹ ਦੇ ਪੰਥ ਦੀ ਬਹਾਦਰੀ ਦੇ ਉੱਤੇ। ਜਿਹੜਾ ਬਾਦਸ਼ਾਹ ਸੋਚਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਜਦੋਂ ਸੁੱਟਾਂਗਾ ਤੇ ਇਹਨਾਂ ਦੇ ਸ਼ਰੀਰਾਂ ਨੂੰ ਵੇਖ ਕੇ ਦੁਬਾਰਾ ਕੋਈ ਬਗਾਵਤ ਨਹੀਂ ਕਰੇਗਾ, ਪਰ ਸੱਚੀ ਗੱਲ ਤੇ ਇਹ ਹੈ, ਅੱਜ ਜਿਹੜਾ ਵੀ ਸਰਹੰਦ ਦੀ ਨੀਹਾਂ ਦਾ ਇਤਿਹਾਸ ਪੜ੍ਹ ਲਵੇ, ਗਾਤਰੇ ਵਿੱਚ ਤੇਗ ਪਾ ਕੇ ਸਰਕਾਰ ਨੂੰ ਉਸ ਦੀ ਔਕਾਤ ਚੇਤੇ ਕਰਾ ਦਿੰਦਾ। ਖਾਲਸਾ ਜੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ, ਆਪਣੇ ਜ਼ੁਲਮ ਬਾਰੇ ਨਹੀਂ ਦੱਸਿਆ, ਆਪਣੇ ਪਾਪ ਬਾਰੇ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੋ ਲਖਤੇ ਜਿਗਰ, ਦੋ ਮਾਸੂਮ ਗੁਰੂ ਕਿਆਂ ਲਾਲਾਂ ਨੂੰ ਜ਼ਬਰੀ ਜ਼ਿਬਹਾ ਕੀਤਾ, ਕਤਲ ਕੀਤਾ ਹੈ। ਚੌਪਈ
ਫਿਰ ਬਹਾਦਰ ਸ਼ਾਹ ਗੁਰ ਲਿਓ ਰਜਾਈ। ਸਾਹਿਬਜ਼ਾਦੇ ਕਤਲ ਹੋ ਗਏ। ਕਲਗੀਆਂ ਵਾਲੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਖਾਲਸਾ ਜੀ ਦਮਦਮੇ ਦੀ ਧਰਤੀ ਤੇ ਪਹੁੰਚੇ। ਸੱਚੇ ਪਾਤਸ਼ਾਹ ਨੇ ਰੌਣਕਾਂ ਲਾਈਆਂ। ਪਰ ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਜਿੱਥੇ ਨਾ ਸਾਹਿਬਜ਼ਾਦਿਆਂ ਬਾਰੇ ਦੱਸਿਆ, ਨਾ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ, ਉੱਥੇ ਦਿੱਲੀ ਦਾ ਬਾਦਸ਼ਾਹ ਇਹ ਵੀ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਔਰੰਗਜ਼ੇਬ ਦਾ ਪੁੱਤਰ ਖੁਦ ਚੱਲ ਕੇ ਗੁਰੂ ਗੋਬਿੰਦ ਸਿੰਘ ਦੇ ਕੋਲ ਰਾਜ ਗੱਦੀ ਮੰਗਣ ਵਾਸਤੇ ਆਉਂਦਾ ਹੈ। ਪਾਤਸ਼ਾਹ ਕੀ ਜੋ ਸਭ ਕਲਾ ਦਿਖਾਈ। ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਹੱਥ ਜੋੜ ਕੇ ਖੁਦ ਚੱਲ ਕੇ ਬਹਾਦਰ ਸ਼ਾਹ ਨੇ ਆ ਕੇ ਰਾਜ ਦੀ ਮੰਗ ਕੀਤੀ ਤੇ ਕਲਗੀਆਂ ਵਾਲੇ ਸਾਹਿਬ ਨੇ ਕਲਾ ਵਰਤਾ ਕੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ, ਤਖਤ ਬਖਸ਼ਿਆ ਮਹਾਰਾਜ ਨੇ। ਇਹ ਨਿਰਵੈਰ ਸਤਿਗੁਰੂ ਹੈ, ਜਿਹੜਾ ਝੁੱਕ ਕੇ ਆ ਜਾਂਦਾ ਉਹਨੂੰ ਵਡਿਆਈ ਦੇ ਦਿੰਦਾ ਤੇ ਜਿਹੜਾ ਇਸ ਦਰ ਦੇ ਨਾਲ ਟੱਕਰ ਲਾ ਲੈਂਦਾ ਉਹਦਾ ਫਿਰ ਮੱਥਾ ਭੰਨ ਕੇ ਹੀ ਕੱਲਦਾ। ਖਾਲਸਾ ਜੀ ਬਹਾਦਰ ਸ਼ਾਹ ਬਾਰੇ ਇਤਿਹਾਸ ਵਿੱਚ ਆਉਂਦਾ ਹੈ ਕਿ ਗੱਦੀ ਤੇ ਬਹਿਣ ਤੋਂ ਬਾਅਦ ਇੱਕ ਵਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ। ਦਿੱਲੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਚਰਨ ਪਾਏ। ਸਾਹਿਬਾਂ ਨੇ ਤੀਰ ਛੱਡਿਆ, ਤੀਰ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ ਵਿੱਚ ਵੱਜਾ। ਤੀਰ ਤੇ ਸੋਨਾ ਸੀ। ਸੋਨਾ ਵੇਖ ਕੇ ਕਹਿਣ ਲੱਗਾ ਤੀਰ ਗੁਰੂ ਗੋਬਿੰਦ ਸਿੰਘ ਦਾ ਹੈ, ਸਤਿਗੁਰੂ ਵੀ ਕਿਤੇ ਨਜ਼ਦੀਕ ਹੋਣਗੇ, ਤਲਾਸ਼ ਕਰੋ। ਕਹਿੰਦੇ ਮਨ ਵਿੱਚ ਜਦੋਂ ਇਹ ਸਿਪਾਹੀਆਂ ਨੂੰ ਫੁਰਨਾ ਦੇ ਕੇ ਵਿਚਾਰ ਦੇ ਕੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੀ ਤਲਾਸ਼ ਕਰੋ, ਤੇ ਮਨ ਵਿੱਚ ਦੂਸਰਾ ਫੁਰਨਾ ਆਇਆ ਕਿ ਗੁਰੂ ਗੋਬਿੰਦ ਸਿੰਘ ਕਿਤੇ ਨਜ਼ਦੀਕ ਨਜ਼ਰ ਨਹੀਂ ਆ ਰਹੇ, ਪਰ ਤੀਰ ਮੰਜੇ ਦੇ ਪਾਵੇ ਦੇ ਵਿੱਚ ਵੱਜਾ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ, ਕਲਗੀਆਂ ਵਾਲੇ ਦੀ ਕਰਾਮਾਤ ਹੈ। ਕਹਿੰਦੇ ਹਜੇ ਮਨ ਵਿੱਚ ਸੋਚ ਰਿਹਾ ਸੀ, ਕਲਗੀਆਂ ਵਾਲੇ ਨੇ ਦੂਸਰਾ ਤੀਰ ਭੇਜਿਆ, ਮੰਜੇ ਦੇ ਪਾਵੇ 'ਚ ਵੱਜਾ ਤੇ ਤੀਰ ਦੇ ਉੱਤੇ ਚਿੱਠੀ ਸੀ। ਚਿੱਠੀ ਤੇ ਲਿਖਿਆ ਸੀ ਬਹਾਦਰ ਸ਼ਾਹ, ਕਰਾਮਾਤ ਨਹੀਂ, ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਇਸ ਕਰਕੇ ਕਿਹਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬਾਅਦ ਵਿੱਚ ਕਲਗੀਆਂ ਵਾਲੇ ਸਤਿਗੁਰੂ ਨੂੰ ਮਿਲਣ ਵਾਸਤੇ ਗਿਆ ਤੇ ਕਹਿੰਦੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਾਹੀ ਫੌਜਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ। ਸਤਿਗੁਰੂ ਹੱਸ ਪਏ, ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਦਇਆ ਸਿੰਘ ਜੀ ਵੇਖੋ, ਜਦੋਂ ਰਾਜ ਲੈਣਾ ਸੀ ਹੱਥ ਜੋੜ ਕੇ ਨੰਗੇ ਪੈਰੀ ਚੱਲ ਕੇ ਆਇਆ ਸੀ, ਅੱਜ ਰਾਜ ਗੱਦੀ ਮਿਲ ਗਈ ਤੇ ਹਾਥੀ ਤੇ ਸਵਾਰ ਹੋ ਕੇ ਆਇਆ। ਇਹ ਖਾਲਸਾ ਜੀ ਅੱਜ ਵੀ ਚੱਲਦਾ ਹੈ। ਜਦੋਂ ਤੇ ਰਾਜ ਚਾਹੀਦਾ, ਵੋਟਾਂ ਚਾਹੀਦੀਆਂ ਤੇ ਘਰ ਘਰ ਬੂਹਾ ਖੜਕਾਉਂਦੇ ਨੇ, ਤੇ ਜਦੋਂ ਰਾਜ ਮਿਲ ਜਾਂਦਾ ਉਸੇ ਜਨਤਾ ਦੇ ਉੱਤੇ ਅਤਿਆਚਾਰ ਕੀਤੇ ਜਾਂਦੇ ਨੇ। ਰਹੋ ਵਿਚਾਰ, ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਖੁਸ਼ ਕਰਦਾ ਹੈ, ਕਿਸ ਤਰ੍ਹਾਂ ਰਾਜ ਗੱਦੀ ਤੇ ਬੈਠਦਾ ਹੈ, ਇਹ ਵੀ ਦਿੱਲੀ ਦਾ ਬਾਦਸ਼ਾਹ ਲੌਣੀ ਅਖਤਰ ਨੂੰ ਨਹੀਂ ਦੱਸਦਾ। ਭੇਜ ਬੰਦ ਕੋ ਫਿਰ ਖੋਹ ਲਈ। ਔਰ ਫਿਰ ਕਿਸ ਤਰ੍ਹਾਂ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਪੰਜ ਪਿਆਰਿਆਂ ਦੀ ਤਾਬਿਆ ਭਾਈ ਸਾਹਿਬ ਭਾਈ ਵਿਨੋਦ ਸਿੰਘ ਜੀ, ਭਾਈ ਕਾਹਨ ਸਿੰਘ ਜੀ, ਭਾਈ ਅਨੰਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਇਹ ਪੰਜ ਪਿਆਰੇ ਤੇ 20 ਸਿੰਘਾਂ ਦਾ ਜਥਾ, ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ ਉਹ ਦਿੱਤਾ ਤੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ। ਉਹ ਵੀ ਬਹਾਦਰ ਸ਼ਾਹ ਦਾ ਰਾਜ ਖੋਇਆ। ਮੁਗਲ ਹਕੂਮਤ ਦੀਆਂ ਜੜ੍ਹਾਂ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਪੁੱਟੀਆਂ, ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ। ਤਤ ਖਾਲਸੇ ਪੈ ਸੋਈ। ਔਰ ਫਿਰ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਜਿਸ ਵਕਤ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸ ਤਰ੍ਹਾਂ ਤਤ ਖਾਲਸਾ ਪ੍ਰਗਟ ਹੋਇਆ, ਤਤ ਖਾਲਸੇ ਕੋਲ ਰਾਜ ਆਇਆ, ਇਹ ਵੀ ਦਿੱਲੀ ਦੇ ਬਾਦਸ਼ਾਹ ਨੇ ਨਹੀਂ ਦੱਸਿਆ। ਦੋਹਰਾ ਕਹੀ ਨਾ ਗੱਲ ਵੋ ਕੋ ਗੁਰਨ ਕੀ, ਓ ਕਹੀ ਨਾ ਗੱਲ ਵਹਿ ਪੰਥ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਬਾਦਸ਼ਾਹ ਨੂੰ ਚਾਹੀਦਾ ਸੀ ਇਮਾਨਦਾਰੀ ਵਰਤਦਾ, ਪਰ ਉਹਨੇ ਬੇਈਮਾਨੀ ਕੀਤੀ, ਕਪਟ ਰੱਖਿਆ। ਇਸੇ ਕਰਕੇ ਨਾ ਤੇ ਪਾਤਸ਼ਾਹੀਆਂ ਬਾਰੇ ਦੱਸਿਆ, ਗੁਰੂ ਸਾਹਿਬਾਨਾਂ ਬਾਰੇ ਦੱਸਿਆ, ਤੇ ਨਾ ਹੀ ਕਲਗੀਆਂ ਵਾਲੇ ਦੇ ਸਾਜੇ ਪੰਥ ਬਾਰੇ ਦੱਸਿਆ। ਕੁਲ ਤੇ ਬੀਤੇ ਬਰਸ ਬਹੁ,
ਪਾਤਸ਼ਾਹ ਓ ਗੁਰ ਸੰਤ। ਕਿਉਂਕਿ ਭਾਈ ਸਾਹਿਬ ਕਹਿੰਦੇ ਦੱਸਣਾ ਜ਼ਰੂਰੀ ਚਾਹੀਦਾ ਸੀ ਕਿ ਕਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਕਿਸ ਤਰ੍ਹਾਂ ਦਸੇ ਪਾਤਸ਼ਾਹੀਆਂ ਨੇ ਸੰਘਰਸ਼ ਕੀਤਾ, ਜ਼ੁਲਮ ਦਾ ਟਾਕਰਾ ਕੀਤਾ, ਜ਼ੁਲਮ ਜਿਨ੍ਹਾਂ ਲੋਕਾਂ ਤੇ ਹੋ ਰਿਹਾ ਸੀ ਉਹਨਾਂ ਦੀ ਆਵਾਜ਼ ਬੁਲੰਦ ਕੀਤੀ, ਉਹਨਾਂ ਦੇ ਹੱਕ ਦੇ ਵਿੱਚ ਨਿਤਰੇ। ਕਿਸ ਤਰ੍ਹਾਂ ਗੁਰੂ ਕਿਆਂ ਸਿੱਖਾਂ ਨੇ ਆਪਣੇ ਸਿਰਾਂ ਦੇ ਮੁੱਲ ਪਵਾ ਕਰਕੇ ਭਾਰਤ ਦੀਆਂ ਬਹੂ ਬੇਟੀਆਂ ਨੂੰ ਛੁਡਾਇਆ, ਇਹ ਨਹੀਂ ਦੱਸਦਾ। ਸੋਰਠਾ ਬੰਦ ਬੰਦ ਸਿੱਖਨ ਕਟਾਏ, ਖੋਪਰੀ ਸਿਰੋਂ ਉਤਾਰ ਕੇ। ਕਿਉਂਕਿ ਸਿੰਘਾਂ ਨੇ ਸੰਘਰਸ਼ ਕੀਤਾ ਹੈ, ਸਿੰਘਾਂ ਨੇ ਆਪਣਾ ਲਹੂ ਜ਼ਮੀਨ ਦੇ ਵਿੱਚ ਡੋਲਿਆ ਹੈ। ਗੁਰੂ ਕਿਆਂ ਖਾਲਸਿਆਂ ਨੇ ਬੰਦ ਬੰਦ ਕਟਵਾਇਆ ਹੈ ਤੇ ਖਾਲਸਾ ਜੀ ਆਪਣੇ ਖੋਪੜ ਵੀ ਲਵਾਏ ਨੇ, ਪਰ ਫਿਰ ਵੀ ਗੁਰੂ ਚਰਨਾਂ ਨੂੰ ਨਹੀਂ ਛੱਡਿਆ, ਗੁਰੂ ਕੀ ਸਿੱਖੀ ਨੂੰ ਨਹੀਂ ਛੱਡਿਆ। ਪਿੰਡ ਪਿੰਡ ਸੂਲੀ ਗੜਾਏ, ਹਾਰ ਗਏ ਜਿਮ ਮੁਗਲ ਬਲ। ਕਹਿੰਦੇ ਇੰਨਾ ਅਤਿਆਚਾਰ ਸਿੱਖਾਂ ਤੇ ਕੀਤਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਸੂਲਾਂ ਗੱਡ ਦਿੱਤੀਆਂ। ਸੂਲਾਂ ਤੋਂ ਭਾਵ ਆਪਣੇ ਉਹ ਲੋਕ ਖਰੀਦੇ ਇਹਨਾਂ ਨੇ ਜਿਹੜੇ ਗਦਾਰੀ ਕਰਦੇ ਰਹੇ ਸਿੱਖਾਂ ਦੇ ਨਾਲ, ਔਰ ਕਹਿੰਦੇ ਸੂਲਾਂ ਖੜੀਆਂ ਕਰਨ ਤੋਂ ਬਾਅਦ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਿੰਡ ਪਿੰਡ ਦੇ ਵਿੱਚ ਚਰਖੜੀਆਂ ਖੜੀਆਂ ਕੀਤੀਆਂ ਗਈਆਂ ਕਿ ਜਿਹੜਾ ਵੀ ਗੁਰੂ ਨਾਨਕ ਦੀ ਸਿੱਖੀ ਦਾ ਪੈਰੋਕਾਰ ਹੈ ਉਸ ਨੂੰ ਚਰਖੜੀ ਤੇ ਚਾੜਿਆ ਜਾਵੇ, ਉਹਦਾ ਬੰਦ-ਬੰਦ ਕੱਟਿਆ ਜਾਵੇ, ਉਹਦਾ ਸਿਰ ਕਲਮ ਕਰ ਦਿੱਤਾ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਸਿੱਖੀ ਨੂੰ ਮੁਕਾਇਆ ਜਾਵੇ। ਪਰ ਹਕੂਮਤਾਂ ਦੇ ਸੁਪਨੇ ਨੇ ਖਾਲਸਾ ਜੀ, ਸਿੱਖੀ ਨੂੰ ਮੁਕਾਉਣ ਵਾਲੇ ਮੁੱਕ ਜਾਂਦੇ ਆ, ਪਰ ਸਿੱਖੀ ਦੀ ਜੈ ਜੈਕਾਰ ਵਿਸ਼ਵ ਭਰ ਦੇ ਵਿੱਚ ਹੁੰਦੀ ਹੈ। ਪਰ ਇਤਿਹਾਸ ਦੇ ਵਿੱਚੋਂ ਇੱਕ ਹੋਰ ਸਿੱਖਿਆ ਬੜੀ ਵੱਡੀ ਮਿਲਦੀ ਹੈ। ਪਿੰਡ ਪਿੰਡ ਸੂਲ ਗੜਾਏ। ਸੂਲਾਂ ਜਿਹੜੇ ਗੱਦਾਰ ਲੋਕ ਨੇ, ਗੱਦਾਰ ਗਦਾਰੀ ਕਰਦੇ ਨੇ। ਪੰਥ ਦਾ ਨੁਕਸਾਨ ਤਾਂ ਹੁੰਦਾ ਹੈ ਜੇ ਪੰਥ ਇੱਕ ਮੁੱਠ ਹੋ ਕਰਕੇ ਚੱਲੇ ਤੇ ਗਦਾਰ ਗਦਾਰੀ ਕਰਨੋਂ ਬਾਜ ਆ ਜਾਣ ਤੇ ਪੰਥ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਚੌਪਈ ਔਰ ਨਾਦਰ ਗੱਲ ਸਭ ਨਾ ਕਹੀ। ਕਹਿੰਦੇ ਕਿਸ ਤਰ੍ਹਾਂ ਨਾਦਰ ਸ਼ਾਹ ਭਾਰਤ ਦੀ ਧਰਤੀ ਤੇ ਆ ਕੇ ਭਾਰਤ ਨੂੰ ਲੁੱਟਦਾ, ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ। ਦਿੱਲੀ ਲੁੱਟੀ ਜਿਨੋਂ ਕਤਲ ਕਰਈ। ਨਾਦਰ ਸ਼ਾਹ ਨੇ ਜਦੋਂ ਦਿੱਲੀ ਨੂੰ ਲੁੱਟਿਆ, ਇੱਕ ਦਿਨ ਦੇ ਵਿੱਚ 70,000 ਕਤਲ ਕੀਤਾ। ਦਿੱਲੀ ਦਾ ਬਾਦਸ਼ਾਹ ਨਹੀਂ ਦੱਸਦਾ ਇਸ ਜ਼ੁਲਮ ਬਾਰੇ ਕਿ ਇੱਕ ਇੱਕ ਦਿਨ ਦੇ ਵਿੱਚ 70,000 ਲੋਕਾਂ ਦਾ ਕਤਲ ਕੀਤਾ ਜਾਂਦਾ ਸੀ। ਉਸ ਕੋ ਭੀ ਸਿੰਘ ਲੁੱਟਤੇ ਰਹੇ। ਪਰ ਕਹਿੰਦੇ ਨਾਦਰ ਸ਼ਾਹ ਆਪਣੇ ਆਪ ਦੇ ਵਿੱਚ ਬਹੁਤ ਸੂਰਮਾ ਸਮਝਦਾ ਸੀ ਆਪਣੇ ਆਪ ਨੂੰ, ਪਰ ਗੁਰੂ ਕਾ ਖਾਲਸਾ ਨਾਦਰ ਸ਼ਾਹ ਦਾ ਵੀ ਟਾਕਰਾ ਕਰਦਾ ਰਿਹਾ ਤੇ ਮਜ਼ਲੂਮਾਂ ਦੀ ਰਾਖੀ ਕਰਦਾ ਰਿਹਾ। ਕਾਬਲ ਕੰਧਾਰ ਤੇ ਰਾਹੇ ਲੁੱਟ ਖਏ। ਕਹਿੰਦੇ ਜਦੋਂ ਦਿੱਲੀ ਨੂੰ ਭਾਰਤ ਦਾ ਖਜ਼ਾਨਾ ਲੁੱਟ ਕੇ ਵਾਪਸ ਆਪਣੇ ਕਾਬਲ ਕੰਧਾਰ ਦੇਸ਼ ਨੂੰ ਵਾਪਸ ਪਰਤਦਾ ਸੀ, ਗੁਰੂ ਕੇ ਖਾਲਸੇ ਰਸਤੇ ਵਿੱਚ ਖੜ ਕੇ ਕਹਿੰਦੇ ਨੇ ਚੰਗੀ ਧੂੜ ਚਟਾ ਕੇ, ਹਾਰ ਚਟਾ ਕਰਕੇ ਨਾਦਰ ਸ਼ਾਹ ਤੋਂ ਸਾਰਾ ਖਜ਼ਾਨਾ ਲੁੱਟ ਲੈਂਦੇ ਸਨ। ਸੋਮਨਾਥ ਮੰਦਿਰ ਦੇ ਦਰਵਾਜ਼ੇ ਨਾਦਰ ਸ਼ਾਹ ਲੁੱਟ ਕੇ, ਚੋਰੀ ਕਰਕੇ ਭਾਰਤ ਦੀ ਧਰਤੀ ਤੋਂ ਆਪਣੇ ਦੇਸ਼ ਵੱਲ ਲਿਜਾ ਰਿਹਾ ਸੀ। ਗੁਰੂ ਕੇ ਖਾਲਸਿਆਂ ਨੇ ਰਸਤੇ ਵਿੱਚ ਰੋਕ ਕੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਆਪਣੇ ਕਬਜ਼ੇ ਵਿੱਚ ਕੀਤੇ। ਅੱਜ ਵੀ ਖਾਲਸਾ ਪੰਥ ਕੋਲ ਮੌਜੂਦ ਨੇ। ਖਾਲਸਾ ਜੀ ਦਾਵਾ ਗੱਲਾਂ ਨਾਲ ਕਰਨ ਵਾਲੇ ਬਹੁਤ ਨੇ ਕਿ ਦੇਸ਼ ਸਾਡਾ, ਵਤਨ ਸਾਡਾ, ਪਰ ਸੱਚ ਹੈ ਕਿ ਇਸ ਦੇਸ਼ ਦੀ, ਭਾਰਤ ਦੀ ਮਜ਼ਲੂਮਾਂ ਦੀ, ਬਹੂ ਬੇਟੀਆਂ ਦੀ ਰਾਖੀ ਵਾਸਤੇ ਸਭ ਤੋਂ ਵੱਧ ਯੋਗਦਾਨ ਗੁਰੂ ਕੇ ਖਾਲਸੇ ਨੇ ਪਾਇਆ। 95% ਲਹੂ ਗੁਰੂ ਕੇ ਖਾਲਸੇ ਦਾ ਭਾਰਤ ਦੀ ਧਰਤੀ ਤੇ ਉਦੋਂ ਡੁੱਲਿਆ ਜਿਸ ਵਕਤ ਭਾਰਤ ਦੀਆਂ ਬਹੂ ਬੇਟੀਆਂ ਦਾ ਮੁੱਲ ਪਾਇਆ ਜਾਂਦਾ ਸੀ, ਧੀਆਂ ਭੈਣਾਂ ਨੂੰ ਵੇਚਿਆ ਜਾਂਦਾ ਸੀ, ਮਜ਼ਲੂਮਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਉਸ ਵਕਤ ਗੁਰੂ ਕੇ ਖਾਲਸਿਆਂ ਨੇ ਹੱਕ ਸੱਚ ਦੀ ਖਾਤਰ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਫਿਰ ਅਹਿਮਦ ਸ਼ਾਹ
ਲਾਹੌਰ ਮਲ ਬਿਓ। ਨਾਦਰ ਸ਼ਾਹ ਨੂੰ ਜਦੋਂ ਧੂੜ ਚਟਾਈ, ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਉਹ ਲਾਹੌਰ ਦਾ ਤਖਤ ਮਲ ਕੇ ਤਖਤ ਦੇ ਉੱਤੇ ਬੈਠ ਗਿਆ। ਦਿੱਲੀ ਆਗਰੋ ਸਭ ਮਲ ਲਿਓ। ਦਿੱਲੀ ਤੋਂ ਲੈ ਕਰਕੇ ਆਗਰੇ ਤੱਕ ਦਾ ਜਿੰਨਾ ਵੀ ਇਲਾਕਾ ਸੀ ਉਹ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਸੋ ਸਿੰਘਨ ਨੇ ਦਿਓ ਨਿਕਾਰ। ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਵੀ ਬੜਾ ਆਪਣੇ ਆਪ ਦੇ ਵਿੱਚ ਸੂਰਮਾ ਬਣਦਾ ਸੀ, ਪਰ ਜਦੋਂ ਟਾਕਰਾ ਗੁਰੂ ਕੇ ਖਾਲਸੇ ਦੇ ਨਾਲ ਹੋਇਆ ਤੇ ਖਾਲਸਾ ਜੀ ਉਹ ਵੀ ਇੱਕ ਵਾਰ ਭੈ ਭੀਤ ਹੋ ਗਿਆ। ਲਏ ਸਿੰਘਨ ਉਸ ਸੂਬੇ ਮਾਰ। ਕਹਿੰਦੇ ਨੇ ਜਿਹੜੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਨੇ ਸੂਬਿਆਂ ਤੇ ਕਬਜ਼ਾ ਕੀਤਾ ਸੀ, ਜਿਹੜੇ ਜਿਹੜੇ ਇਲਾਕਿਆਂ ਤੇ ਰਾਜ ਕਾਇਮ ਕੀਤਾ ਸੀ, ਗੁਰੂ ਕਾ ਖਾਲਸਾ ਚੜ ਕੇ ਜਾਂਦਾ ਸੀ। ਇੱਕ ਖਿਣ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵਰਗੇ ਬਹਾਦਰ ਨੂੰ ਵੀ ਉਥੋਂ ਹਾਰ ਦੀ ਧੂੜ ਚਟਾ ਕੇ ਭਜਾ ਦਿੰਦਾ ਸੀ। ਦੋਹਰਾ ਜਿਵੇਂ ਉਸ ਪੁੱਤਰਨ ਤਮੂਰ ਕੋ ਲੰਗਾਇਓ ਮੁਰਦਨ ਕਹਿ ਰਾਹੇ। ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ ਤੈਮੂਰ ਸ਼ਾਹ, ਬੜਾ ਯੋਧਾ ਬਣਦਾ ਸੀ ਆਪਣੇ ਆਪ ਦੇ ਵਿੱਚ, ਪਰ ਜਦੋਂ ਖਾਲਸੇ ਦੇ ਨਾਲ ਟਾਕਰਾ ਹੋਇਆ, ਕਹਿੰਦੇ ਜਦੋਂ ਖਾਲਸੇ ਨੇ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਨਾ ਖਾਲਸਾ ਜੀ, ਤੇ ਤੈਮੂਰ ਸ਼ਾਹ ਮੁਰਦਿਆਂ ਦੇ ਵਿੱਚ ਲੰਮਾ ਪੈ ਕੇ ਸਾਹ ਰੋਕ ਕੇ ਮੁਰਦਾ ਬਣ ਕੇ ਖਾਲਸੇ ਤੋਂ ਜਾਨ ਬਚਾਉਂਦਾ ਸੀ। ਵੇਖੋ ਹਜੇ ਇਤਿਹਾਸ ਸ਼ੁਰੂ ਹੋਣਾ ਹੈ। ਹਲੇ ਭਾਈ ਰਤਨ ਸਿੰਘ ਭੰਗੂ ਸਿਰਫ ਦੱਸ ਰਹੇ ਨੇ ਵੀ ਦਿੱਲੀ ਦੇ ਬਾਦਸ਼ਾਹ ਨੇ ਇਤਿਹਾਸ ਦੇ ਸਾਰੇ ਪਹਿਲੂ ਛੱਡ ਦਿੱਤੇ, ਪਰ ਸਿੱਖਿਆ ਕਿੱਡੀ ਵੱਡੀ ਮਿਲਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਵਰਗੇ, ਤੈਮੂਰ ਸ਼ਾਹ ਵਰਗੇ, ਜਿਨ੍ਹਾਂ ਨੇ 700 ਸਾਲ ਭਾਰਤ ਨੂੰ ਗੁਲਾਮ ਬਣਾਇਆ, ਐਸੇ ਐਸੇ ਮਹਾਬਲੀ ਸੂਰਮੇ ਵੀ ਗੁਰੂ ਕੇ ਖਾਲਸਿਆਂ ਅੱਗੇ ਟਿਕਦੇ ਨਹੀਂ ਸਨ। ਮਾਣ ਕਰਨਾ ਚਾਹੀਦਾ ਹੈ। ਅਸੀਂ ਨਚਾਰਾਂ ਦੀ ਵਿਰਾਸਤ ਤੋਂ ਤਾਲੁਕਾਤ ਨਹੀਂ ਰੱਖਦੇ, ਸਾਡੀ ਵਿਰਾਸਤ ਹੈ ਅਕਾਲੀ ਫੂਲਾ ਸਿੰਘ ਜੀ। ਅਸੀਂ ਉਹਨਾਂ ਦੇ ਵਾਰਿਸ ਹਾਂ, ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ। ਅਸੀਂ ਵਾਰਿਸ ਹਾਂ ਬਾਬਾ ਬਘੇਲ ਸਿੰਘ ਦੇ, ਵਾਰਿਸ ਹਾਂ ਬਾਬਾ ਚੜਤ ਸਿੰਘ ਦੇ, ਜਿਨ੍ਹਾਂ ਨੇ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਤੇ ਤੈਮੂਰ ਸ਼ਾਹ ਆਪਣੀ ਜਾਨ ਬਚਾਉਂਦਾ ਮੁਰਦਿਆਂ ਦੇ ਵਿੱਚ ਲੰਮਾ ਪੈ ਕੇ। ਗਿਓ ਤਲਾਕ ਨਿਕਾਰ ਕੈ ਹਮ ਔਲਾਦ ਆਵੇ ਇਤਨਾ ਹੈ। ਪਾਕਿਸਤਾਨ ਦੇ ਵਿੱਚ ਗੁਜਰਾਂਵਾਲ ਇਲਾਕਾ ਹੈ। ਬਾਬਾ ਚੜਤ ਸਿੰਘ ਜੀ ਉਸ ਵਕਤ ਉਸ ਇਲਾਕੇ ਵਿੱਚ ਸਨ। ਤੈਮੂਰ ਸ਼ਾਹ ਨੇ ਸਰਦਾਰ ਚੜਤ ਸਿੰਘ ਨੂੰ ਘੇਰਾ ਪਾਇਆ। ਗੁਰੂ ਕੇ ਖਾਲਸੇ ਪੰਥ ਨੂੰ ਪਤਾ ਲੱਗਾ। ਹਰੀ ਕੇ ਪੱਤਣ ਤੋਂ ਅਰਦਾਸਾ ਸੋਧ ਕੇ ਘੋੜਿਆਂ ਤੇ ਸਵਾਰ ਹੋ ਕੇ ਗੁਜਰਾਂਵਾਲ ਇਲਾਕੇ ਵੱਲ ਜਦੋਂ ਗੁਰੂ ਕਾ ਖਾਲਸਾ ਪੰਥ ਵਧਿਆ, ਜਕਾਰੇ ਗਜਾਉਂਦਾ, ਅਕਾਲ ਅਕਾਲ ਗੁਰਬਰ ਅਕਾਲ ਗਜਾਉਂਦਾ, ਤੈਮੂਰ ਸ਼ਾਹ ਨੂੰ ਘੇਰਾ ਪਾਇਆ। ਉਧਰੋਂ ਸਰਦਾਰ ਚੜਤ ਸਿੰਘ ਨੇ ਘੇਰਾ ਪਾਇਆ। ਕਹਿੰਦੇ ਜਿਸ ਤੈਮੂਰ ਸ਼ਾਹ ਦੇ ਸਾਹਮਣੇ ਵੱਡੇ ਵੱਡੇ ਰਾਜਪੂਤ, ਵੱਡੇ ਵੱਡੇ ਪਠਾਨ ਨਹੀਂ ਸਨ ਟਿਕਦੇ, ਇਹ ਛੋਲਿਆਂ ਦੀਆਂ ਮੁੱਠੀਆਂ ਦੇ ਨਾਲ ਰਾਤਾਂ ਗੁਜ਼ਾਰਨ ਵਾਲੇ ਗੁਰੂ ਕੇ ਖਾਲਸਿਆਂ ਨੇ ਜਦੋਂ ਤੈਮੂਰ ਸ਼ਾਹ ਨੂੰ ਘੇਰਾ ਪਾਇਆ ਤੇ ਭੱਜਦਾ ਹੋ ਗਿਆ, ਮੁਰਦਿਆਂ ਵਿੱਚ ਲੰਮਾ ਪੈ ਕੇ ਜਾਨ ਬਚਾਈ। ਤੇ ਜਦੋਂ ਆਪਣੇ ਪੁੱਤਰ ਦੀ ਇਸ ਨਾਮਰਦੀ ਦਾ ਪਤਾ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ, ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਹੁਕਮ ਜਾਰੀ ਕੀਤਾ ਕਿ ਤੈਮੂਰ ਸ਼ਾਹ ਨਾਮ ਦੀ ਮੇਰੀ ਕੋਈ ਔਲਾਦ ਨਹੀਂ ਜਿਹੜਾ ਕਿ ਸਿੰਘਾਂ ਤੋਂ ਡਰ ਕੇ ਮੁਰਦਿਆਂ ਦੇ ਵਿੱਚ ਰਾਤ ਕੱਟ ਕੇ ਆਪਣੀ ਜਾਨ ਬਚਾ ਕੇ ਆਇਆ। ਤੈਮੂਰ ਸ਼ਾਹ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬੇਦਖਲ ਕਰ ਦਿੱਤਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਇਤਿਹਾਸ ਨਹੀਂ ਦੱਸਿਆ ਦਿੱਲੀ ਦੇ ਬਾਦਸ਼ਾਹ ਨੇ ਕਿ ਸਿੰਘਾਂ ਦੇ ਡਰ ਦੇ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿੱਤਾ। ਚੌਪਈ ਫੇਰ ਪੁੱਤਰੇ ਉਸਕੇ ਆਏ। ਹੁਣ ਪੁੱਤਰ ਬੇਦਖਲ ਹੋ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਉਹ ਭਾਰਤ ਦੀ ਧਰਤੀ ਨੂੰ ਲੁੱਟਣ ਵਾਸਤੇ ਆਏ ਹਨ। ਸੋ ਖਾਲਸੇ ਮਾਰ ਹਟਾਏ। ਖਾਲਸਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਆਏ, ਉਹਨਾਂ ਨੂੰ ਵੀ ਗੁਰੂ ਕੇ ਖਾਲਸਿਆਂ ਨੇ ਚੰਗੀ ਧੂੜ ਚਟਾਈ। ਸੱਚ ਹੈ, ਜਿਹੜਾ ਵੀ ਖਾਲਸੇ ਵੱਲ ਅੱਖ ਕਰਦਾ ਹੈ, ਜਿਹੜਾ ਖਾਲਸੇ ਦੇ ਉੱਤੇ ਵਾਧੀ ਕਰਨੀ ਚਾਹੁੰਦਾ ਹੈ, ਫਿਰ ਖਾਲਸਾ ਉਹਨੂੰ ਚੰਗਾ ਪ੍ਰਸ਼ਾਦ ਦੇ ਕੇ ਹੀ ਤੋਰਦਾ, ਖਾਲੀ ਹੱਥ ਨਹੀਂ ਤੋਰਦਾ। ਜਿਨੇ ਪੰਜਾਬ ਵੱਲ ਗੁਰੂ ਕੇ ਖਾਲਸੇ ਪੰਥ ਵੱਲ ਮੂੰਹ ਕੀਤਾ, ਉਹਦਾ ਰਾਜ ਮਲੀਆ ਮੇਟ ਕਰਨ ਦੇ ਵਿੱਚ ਖਾਲਸੇ ਨੇ ਖਿੰਨ ਵੀ ਨਹੀਂ ਲਾਇਆ।
ਤੈਮੂਰ ਸ਼ਾਹ ਆਇਆ, ਨਾਦਰ ਸ਼ਾਹ ਆਇਆ, ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਆਏ। ਗੁਰੂ ਕੇ ਖਾਲਸਿਆਂ ਨੇ ਉਹਨਾਂ ਨੂੰ ਵੀ ਧੂੜ ਚਟਾਈ ਹੈ। ਪੰਥ ਆਦ ਤੈ ਕੁਲ ਤੇ ਆਇਓ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਸਾਡੀਆਂ ਰਗਾਂ ਦੇ ਵਿੱਚ ਜਿਨ੍ਹਾਂ ਦਾ ਖੂਨ ਦੌੜਦਾ ਹੈ ਨਾ, ਸਾਡੇ ਵੱਡੇ ਵਡੇਰੇ, ਇਹ ਗੁਰੂ ਕਾ ਖਾਲਸਾ ਪੰਥ ਇਹ ਸ਼ੁਰੂ ਤੋਂ ਸਰਕਾਰਾਂ ਦੇ ਨਾਲ, ਹਕੂਮਤਾਂ ਦੇ ਨਾਲ ਘੁਲਦਾ ਹੀ ਆਇਆ। ਇਹ ਸਦਾ ਤੋਂ ਘੁਲਦਾ ਆਇਆ, ਇਹ ਸੰਘਰਸ਼ ਕਰਦਾ ਹੀ ਆਇਆ। ਸੱਚ ਹੈ ਖਾਲਸਾ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਸੰਘਰਸ਼ ਕੀਤਾ। ਘੁਲਿਆ ਗੁਰੂ ਕਾ ਖਾਲਸਾ ਪੰਥ। ਤਨ ਆਰਿਆਂ ਨਾਲ ਚਿਰਾਏ ਗਏ, ਦੇਗਾਂ ਵਿੱਚ ਉਬਾਲੇ ਖਾਦੇ ਗਏ, ਰੂਹ ਦੇ ਵਿੱਚ ਬਣ ਕੇ ਸਾੜਿਆ ਗਿਆ। ਉਸ ਤੋਂ ਬਾਅਦ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਚਮਕੌਰ ਦੀ ਗੜੀ 'ਚ ਕਤਲ ਕੀਤੇ ਗਏ। 2 ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਕਰ ਦਿੱਤੇ ਗਏ। ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਾ ਕੇ ਸ਼ਹੀਦ ਕੀਤਾ। ਸਿਰਾਂ ਦੇ ਮੁੱਲ ਪਾਏ ਗਏ। ਭਾਵੇਂ ਪੁਰਾਤਨ ਸਮਾਂ ਸੀ, ਭਾਵੇਂ ਖਾਲਸਾ ਜੀ ਵਰਤਮਾਨ ਸਮਾਂ ਸੀ। ਜੇ ਪੁਰਾਤਨ ਸਮੇਂ ਦੇ ਵਿੱਚ 18ਵੀਂ ਸਦੀ ਦੇ ਵਿੱਚ ਗੁਰੂ ਕਾ ਖਾਲਸਾ ਪੰਥ ਹਕੂਮਤਾਂ ਦੇ ਜ਼ੁਲਮ ਦੇ ਖਿਲਾਫ ਘੁਲਦਾ ਰਿਹਾ, ਤੇ ਅੱਜ ਵੀ ਵਰਤਮਾਨ ਸਮੇਂ ਦੇ ਵਿੱਚ ਵੀ 20ਵੀਂ ਸਦੀ ਦੇ ਵਿੱਚ ਵੀ ਗੁਰੂ ਕਾ ਖਾਲਸਾ ਪੰਥ ਘੁਲਦਾ ਹੀ ਰਿਹਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਪੰਥ ਨੂੰ ਵਿਰਾਸਤ ਵਿੱਚ ਮਿਲਿਆ ਹੈ ਕਿ ਪੰਥ ਗੁਰੂ ਕਾ ਖਾਲਸਾ ਪੰਥ ਜ਼ੁਲਮ ਦੇ ਖਿਲਾਫ ਸਦੀਆਂ ਤੋਂ ਘੁਲਦਾ ਆਇਆ ਤੇ ਘੁਲਦਾ ਹੀ ਰਹੇਗਾ। ਦੁਸ਼ਟ ਪਤਸ਼ਾਹੇ ਰਈਅਤ ਸੁਨਾਇਓ। ਪਰ ਦੁਸ਼ਟ ਬਾਦਸ਼ਾਹ ਗੁਰੂ ਖਾਲਸੇ ਪੰਥ ਨੂੰ ਰਈਅਤ ਦੱਸਦਾ ਹੈ, ਗੁਰੂ ਖਾਲਸਾ ਪੰਥ ਨੂੰ ਵੱਖਵਾਦੀ ਅੱਤਵਾਦੀ ਆਕੀ ਦੱਸਦਾ ਹੈ। ਦੋਹਰਾ ਦੁਸ਼ਟ ਦੁਸ਼ਟਾਈ ਨਹਿ ਤਜੇ, ਜਿਮ ਸਰਪ ਤਜੇ ਬਿਖ ਨਾਹੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਬਾਦਸ਼ਾਹ ਦਾ ਵੀ ਕਸੂਰ ਨਹੀਂ। ਜਿਹੜਾ ਬੰਦਾ ਦੁਸ਼ਟ ਹੁੰਦਾ ਹੈ, ਪਾਪੀ ਹੁੰਦਾ ਹੈ, ਕਦੇ ਵੀ ਦੁਸ਼ਟ ਪੂਣਾ ਨਹੀਂ ਛੱਡਦਾ, ਕਦੇ ਵੀ ਪਾਪ ਨਹੀਂ ਛੱਡਦਾ। ਬੁਰਿਆ ਬੰਦਾ ਬੁਰਿਆਈ ਨਹੀਂ ਛੱਡਦਾ, ਦੁਸ਼ਟਤਾਈ ਨਹੀਂ ਛੱਡਦਾ। ਜਿਸ ਤਰ੍ਹਾਂ ਸੱਪ ਆਪਣਾ ਜ਼ਹਿਰ ਨਹੀਂ ਛੱਡਦਾ। ਅਕਸਰ ਦੂਧ ਪਿਲਾਈਐ, ਡੰਗ ਮਾਰਨ ਤੇ ਨਾ ਟਲਾਏ। ਕਹਿੰਦੇ ਜਿਸ ਤਰ੍ਹਾਂ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਜੋ, ਅਖੀਰ ਡੰਗ ਜ਼ਰੂਰ ਮਾਰੇਗਾ। ਜ਼ੁਲਮੀ ਬਾਦਸ਼ਾਹਾਂ ਨੂੰ, ਜ਼ੁਲਮੀ ਸਰਕਾਰਾਂ ਦੀ ਜਿੰਨੀ ਮਰਜ਼ੀ ਚਾਪਲੂਸੀ ਕਰੀ ਜਾਓ, ਅੰਤ ਖਾਲਸਾ ਜੀ ਡੰਗ ਜ਼ਰੂਰ ਮਾਰਦੇ ਆ। ਭਾਈ ਰਤਨ ਸਿੰਘ ਭੰਗੂ ਉਹਨਾਂ ਨੂੰ ਇਹ ਗੱਲ ਦੱਸਦੇ ਆ ਕਿ ਗੁਰੂ ਕਾ ਖਾਲਸਾ ਪੰਥ ਚਾਕਰੀ ਸਰਕਾਰਾਂ ਦੀ ਨਹੀਂ, ਬਲਕਿ ਸੱਚੀ ਸਰਕਾਰ ਅਕਾਲ ਪੁਰਖ ਦੀ ਚਾਕਰੀ ਗੁਰੂ ਕਾ ਖਾਲਸਾ ਕਰਦਾ ਹੈ। ਤੇ ਸਰਕਾਰਾਂ ਦੀ ਚਾਪਲੂਸੀ ਇਸ ਤਰ੍ਹਾਂ, ਜਿਸ ਤਰ੍ਹਾਂ ਕੋਈ ਸੱਪ ਨੂੰ ਦੁੱਧ ਪਿਆਏ, ਸੱਪ ਅਖੀਰ ਦੇ ਵਿੱਚ ਡੰਗ ਜ਼ਰੂਰ ਮਾਰਦਾ ਹੈ। ਸੋ ਇਤਿਹਾਸ ਤੋਂ ਸੇਧ ਲੈ ਕਰਕੇ ਆਪਣੇ ਪੰਥ ਦੇ ਵਾਸਤੇ ਆਪਣੇ ਅੰਦਰ, ਆਪਣੇ ਹਿਰਦੇ ਦੇ ਅੰਦਰ ਜਜ਼ਬਾ ਭਰਨਾ ਚਾਹੀਦਾ ਸਿੱਖੀ ਸਿਦਕ ਨਿਭਾਉਣ ਦਾ। ਚੌਪਈ ਕੋ ਨਾ ਕਹੀ ਉਨ ਸਾਚੀ ਬਾਤ। ਭਾਈ ਸਾਹਿਬ ਕਹਿੰਦੇ ਦਿੱਲੀ ਦਾ ਬਾਦਸ਼ਾਹ ਕੋਈ ਵੀ ਸੱਚੀ ਗੱਲ ਨਹੀਂ ਦੱਸਦਾ ਮਿਸਟਰ ਲੋਨੀ ਅਖਤਰ ਨੂੰ। ਝੂਠ ਕਿਉ ਉਨ ਸਮਝ ਸੁਗਾਤ। ਕਹਿੰਦੇ ਝੂਠ ਹੀ ਬੋਲੀ ਜਾ ਰਿਹਾ ਤੇ ਮਿਸਟਰ ਲੋਨੀ ਅਖਤਰ ਬ੍ਰਿਟਿਸ਼ ਸਰਕਾਰ ਉਹ ਵੀ ਸਮਝ ਨਹੀਂ ਰਹੀ। ਜੋ ਦਿੱਲੀ ਦਾ ਬਾਦਸ਼ਾਹ ਝੂਠ ਦੱਸਦਾ ਸੀ ਉਹੀ ਲਿਖੀ ਜਾ ਰਹੇ ਸਨ। ਜੇ ਮੌਨ ਕਹਿਓ ਤਿਮ ਜਰਨੈਲ ਲਿਖ ਧਰਿਆ। ਜਿਵੇਂ ਵੀ ਦਿੱਲੀ ਦੇ ਬਾਦਸ਼ਾਹ ਨੇ ਕਿਹਾ ਉਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਦੇ ਕਰਨਲ ਨੇ ਉਸੇ ਤਰ੍ਹਾਂ ਉਤਾਰਾ ਕਰ ਲਿਆ, ਲਿਖ ਲਿਆ। ਸੱਚ ਝੂਠ ਤਬ ਨਾਹੇ ਵਿਚਰਿਓ। ਇੱਕ ਵਾਰ ਵੀ ਅੰਗਰੇਜ਼ ਸਰਕਾਰ ਨੇ ਵਿਚਾਰ ਨਾ ਕੀਤੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਪੜਚੋਲ ਨਾ ਕੀਤੀ। ਤੁਰਕ ਹਿੰਦੂ ਕੋ ਬੈਰ ਹੁਤੋ ਆਦ। ਇਹ ਵੀ ਨਹੀਂ ਵੇਖਿਆ ਕਿ ਤੁਰਕਾਂ ਦਾ ਤੇ ਹਿੰਦੂਆਂ ਦਾ, ਮੁਸਲਮਾਨਾਂ ਦਾ ਤੇ ਸਨਾਤਨ ਮਤ ਦਾ ਸ਼ੁਰੂ ਤੋਂ ਵੈਰ ਚੱਲਦਾ ਆ ਰਿਹਾ ਹੈ। ਦੀਨ ਮਜਬ ਕੋ ਆਦੋ ਬਾਦ। ਜਦੋਂ ਤੋਂ ਦੋਵੇਂ ਮਜ਼ਹਬ ਹੋਂਦ ਵਿੱਚ ਆਏ, ਦੋਨਾਂ ਦਾ ਆਪਸ ਦੇ ਵਿੱਚ ਵੈਰ ਚੱਲਦਾ ਆਇਆ।
ਮਜ਼ਹਬ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਵਿਤਕਰੇ ਪਾ ਕੇ ਲੜਾਈਆਂ ਕਰਵਾਈਆਂ ਗਈਆਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਖੁਦਾ ਦਾ ਮਜ਼ਹਬ ਹੈ, ਰੱਬ ਦਾ ਅਕਾਲ ਪੁਰਖ ਦਾ ਪੰਥ ਹੈ। ਇਹਦਾ ਕਿਸੇ ਧਰਮ ਦੇ ਨਾਲ ਵੈਰ ਨਹੀਂ, ਕਿਸੇ ਮਜ਼ਹਬ ਦੇ ਨਾਲ ਵੈਰ ਨਹੀਂ, ਕਿਉਂਕਿ ਗੁਰੂ ਕਾ ਸਿੱਖ ਹਰ ਇੱਕ ਮਜ਼ਹਬ ਦੇ ਇਨਸਾਨ ਦੇ ਵਿੱਚੋਂ ਰੱਬ ਦੀ ਜੋਤ ਵੇਖਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰੂ ਕਾ ਖਾਲਸਾ, ਗੁਰੂ ਕਾ ਸਿੱਖ ਕਿਸੇ ਦੇ ਧਰਮ ਨੂੰ ਵੇਖ ਕੇ ਵੈਰ ਨਹੀਂ ਕਰਦਾ, ਈਰਖਾ ਨਹੀਂ ਕਰਦਾ। ਖਾਲਸਾ ਜੀ, ਮੈਂ ਇੱਕ ਖਿੰਨ ਮਾਤਰ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਬੇਨਤੀ ਕਰਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਆਉਂਦਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਜਿਹੜਾ ਰੱਬ ਦੇ ਭੈ ਵਿੱਚ ਚੱਲਦਾ ਹੈ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਹਰ ਇੱਕ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਵੀ ਲਿਖਦੇ ਨੇ, ਕਹੂੰ ਹੋਏ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ। ਕਹਿੰਦੇ ਸਿੱਖੋ, ਕਦੇ ਵੀ ਧਰਮ ਨੂੰ ਵੇਖ ਕੇ ਈਰਖਾ ਨਹੀਂ ਕਰਨੀ, ਕਿਉਂਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਧਰਮਾਂ ਨੂੰ, ਮਜ਼ਹਬ ਨੂੰ ਵੇਖਦੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਹਿੰਦੂ ਦੇ ਰੂਪ ਦੇ ਵਿੱਚ ਵੀ ਰੱਬ ਪਰਮਾਤਮਾ ਆਪ ਹੀ ਆ ਕਰਕੇ ਗੀਤਾ ਦਾ ਪਾਠ ਕਰ ਰਿਹਾ। ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਮੈਂ ਮੁਸਲਮਾਨ ਨੂੰ ਵੇਖਦਾ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਖੁਦਾ ਪਰਮਾਤਮਾ ਖੁਦ ਆ ਕੇ ਕੁਰਾਨ ਦੀਆਂ ਬਾਂਗਾਂ ਦੇ ਰਿਹਾ ਹੈ। ਦੇਹਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ, ਮਾਨਸ ਸਭੈ ਏਕ ਪੈ ਅਨੇਕ ਕੋ ਭਰਮਾਓ ਹੈ। ਖਾਲਸਾ ਜੀ, ਸਤਿਗੁਰੂ ਕਹਿੰਦੇ ਧਾਰਮਿਕ ਅਸਥਾਨ ਵੱਖਰੇ ਹੋ ਸਕਦੇ ਨੇ, ਧਰਮ ਵੱਖਰੇ ਹੋ ਸਕਦੇ ਨੇ, ਧਾਰਮਿਕ ਲਿਬਾਸ ਵੱਖਰੇ ਹੋ ਸਕਦੇ ਨੇ, ਪਰ ਸੱਚ ਜਾਣਿਓ ਸਭਨਾ ਦਾ ਮਾਲਕ ਇੱਕ ਹੈ। ਉਹੀ ਸਾਰਿਆਂ ਦੇ ਵਿੱਚ ਰਮਿਆ ਹੈ। ਜਲੇ ਹੈ ਥਲੇ ਹੈ, ਉਹ ਰੱਬ ਹੀ ਜਲ ਥਲ ਦੇ ਵਿੱਚ ਰਮਿਆ ਹੈ। ਜ਼ਮੀ ਜ਼ਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਸਿੱਖਿਆ ਹੈ ਕਿ ਈਰਖਾ ਨਹੀਂ ਕਰਨੀ। ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ। ਤੂੰ ਆਪਣਾ ਧਰਮ ਨਿਭਾ, ਗੁਰੂ ਕਾ ਸਿੱਖ ਆਪਣਾ ਨਿਭਾਵੇਗਾ। ਇਹ ਕਾਰਨ ਹੈ, ਇੱਕ ਵਿਦਵਾਨ ਨੇ ਕਿਹਾ ਕਿ ਹਰਮੰਦਰ ਸਾਹਿਬ ਦੀ ਜਿਹੜੀ ਨੀਂਹ ਹੈ ਉਹ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਹਰਮੰਦਰ ਕੀ ਨੀहों की ईंटें गवाही दे रही हैं कि अहले मज़ाहब में कभी दोस्ती मुस्कुराई थी। ਹਰਮੰਦਰ ਸਾਹਿਬ ਦੀ ਤੇ ਨੀਂਹ ਵੀ ਦੱਸਦੀ ਹੈ ਸਿੱਖ ਦਾ ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ ਵੈਰ ਨਹੀਂ। ਸਿੱਖ ਕਿਸੇ ਤੇ ਵਾਦੀ ਨਹੀਂ ਕਰਦਾ, ਜ਼ੁਲਮ ਨਹੀਂ ਕਰਦਾ, ਪਰ ਜੇ ਕਿਸੇ ਧਰਮ ਦੇ ਉੱਤੇ ਕੋਈ ਜ਼ੁਲਮ ਕਰ ਰਿਹਾ ਹੋਵੇ ਤੇ ਗੁਰੂ ਕਾ ਖਾਲਸਾ, ਗੁਰੂ ਕਾ ਸਿੱਖ ਉਹ ਸਹਿਣ ਵੀ ਨਹੀਂ ਕਰਦਾ। ਝੂਠ ਕਹਿਣ ਮੈਂ ਜੇ ਰਿਪ ਮਰੈ। ਕਹਿੰਦੇ ਨੇ ਦਿੱਲੀ ਦੇ ਬਾਦਸ਼ਾਹ ਨੇ ਝੂਠ ਕਹਿਣ ਦੇ ਵਿੱਚ ਰਤਾ ਵੀ ਸ਼ਰਮ ਨਾ ਕੀਤੀ, ਬਲਕਿ ਬਹੁਤ ਹੀ ਬੇਈਮਾਨੀ ਦੇ ਨਾਲ ਗੁਰੂ ਕੇ ਖਾਲਸੇ ਪੰਥ ਦੇ ਇਤਿਹਾਸ ਨੂੰ ਤਰੋੜ ਮਰੋੜ ਕੇ ਅੰਗਰੇਜ਼ ਸਰਕਾਰ ਦੇ ਅੱਗੇ ਪੇਸ਼ ਕੀਤਾ। ਤੁਰਕ ਹਿੰਦੂਆਂ ਤੇ ਕਬ ਟਰੇ। ਕਹਿੰਦੇ ਨੇ ਮੁਗਲਾਂ ਦਾ ਤੇ ਹਿੰਦੂਆਂ ਦਾ ਤੇ ਝਗੜਾ ਸ਼ੁਰੂ ਤੋਂ ਹੀ ਆਉਂਦਾ ਰਿਹਾ। ਇਹ ਤਾਂ ਇੱਕ ਦੂਸਰੇ ਨੂੰ ਵੇਖ ਕੇ ਜਰਦੇ ਹੀ ਨਹੀਂ ਸਨ। ਦੋਹਰਾ ਪੂਜਾ ਪਵਾਈਏ ਤੇਲ ਸਿਉ ਦੀਜੇ ਤਿਲਹਿ ਲਗਾਏ। ਕਿਉਂਕਿ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹਨਾਂ ਨੇ ਇਹ ਪ੍ਰਚਲਿਤ ਕਰ ਦਿੱਤਾ ਸੀ ਕਿ ਜਿਸ ਤਰ੍ਹਾਂ ਆਪਣੀ ਸਾਰੀ ਬਾਹ ਨੂੰ, ਭੁਜਾ ਤੋਂ ਭਾਵ ਕੇ ਬਾਹ ਨੂੰ ਤੇਲ ਦੇ ਵਿੱਚ ਡੋਬ ਕੇ ਪੂਰੀ ਤਰ੍ਹਾਂ ਤੇਲ ਦੇ ਨਾਲ ਗਿੱਲਾ ਕਰਕੇ ਬਾਅਦ ਵਿੱਚ ਤਿਲਾਂ ਦੇ ਵਿੱਚ ਰੱਖਿਆ ਜਾਵੇ, ਤੇ ਕਹਿੰਦੇ ਜਿੰਨੇ ਤਿਲ ਉਸ ਵਕਤ ਬਾਜੂ ਦੇ ਉੱਤੇ ਲੱਗ ਜਾਂਦੇ ਨੇ, ਕਹਿੰਦੇ ਮੁਸਲਮਾਨਾਂ ਨੇ ਪ੍ਰਚਲਿਤ ਕੀਤਾ ਕਿ ਇਤਨੇ ਤਿਲਾਂ ਜਿੰਨੀ ਹਿੰਦੂ ਆਪਣੀ ਜਾਨ ਦੀ ਪਰਵਾਹ ਵਾਸਤੇ, ਜਾਨ ਦੀ ਰਾਖੀ ਵਾਸਤੇ, ਜ਼ਿੰਦਗੀ ਦੀ ਰਾਖੀ ਵਾਸਤੇ ਤਰਲੇ ਲੈਂਦਾ ਹੋਵੇ, ਤਰਲੇ ਕੱਢਦਾ ਹੋਵੇ, ਦੁਹਾਈ ਕੱਢਦਾ ਹੋਵੇ, ਤਾਂ ਵੀ ਉਹਦੀ ਆਵਾਜ਼ ਨਹੀਂ ਸੁਣਨੀ, ਬਲਕਿ ਉਸ ਨੂੰ ਕਾਫਰ ਸਮਝ ਕੇ ਕਤਲ ਕਰ ਦੇਣਾ ਹੈ। ਮਾਰੋ ਹਿੰਦੂਆਂ ਨੇ ਕਸਮ ਕਰ ਇਨ ਗਿਓ ਰਸੂਲ ਬਤਾਏ। ਕਹਿੰਦੇ ਮੁਗਲ ਹਕੂਮਤ ਦੇ ਵੱਡੇ ਵਡੇਰਿਆਂ ਨੇ ਵੀ ਇਹ ਗੱਲਾਂ ਪ੍ਰਚਲਿਤ ਕੀਤੀਆਂ ਕਿ ਬਾਹਾਂ ਦੇ ਉੱਤੇ ਜਿੰਨੇ ਤਿਲ ਲੱਗੇ ਹੋਣ,
ਇੰਨੀ ਵਾਰ ਕੋਈ ਹਿੰਦੂ ਤੁਹਾਡੇ ਸਾਹਮਣੇ ਤੜਪ ਕੇ ਪੁਕਾਰਦਾ ਹੋਵੇ ਫਿਰ ਵੀ ਉਹਦੀ ਪੁਕਾਰ ਨਹੀਂ ਸੁਣਨੀ, ਬਲਕਿ ਕਾਫਰ ਸਮਝ ਕਰਕੇ ਉਹਦਾ ਕਤਲ ਕਰ ਦੇਣਾ ਹੈ। ਰਤਨ ਸਿੰਘ ਨੇ ਜਿਮ ਸੁਣੀ ਸੋ ਤੋ ਧਰੀ ਲਿਖਾਏ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਜਿਸ ਤਰ੍ਹਾਂ ਸੁਣਿਆ ਸੀ ਕਿ ਦਿੱਲੀ ਦੇ ਬਾਦਸ਼ਾਹ ਨੇ ਸਿੱਖਾਂ ਵਾਸਤੇ ਕੀ ਕੀ ਕਪਟ ਉਚਾਰਿਆ, ਮੈਂ ਉਹ ਦੱਸ ਦਿੱਤਾ ਹੈ। ਸੁਨੋ ਸੰਤ ਮਨ ਲਾਇਕ ਆਗੇ ਕਹੂੰ ਬਦਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਐ ਸੰਤ ਜਨੋ, ਐ ਗੁਰੂ ਕੇ ਪਿਆਰ ਭਰੇ ਸਿੱਖੋ, ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਗੁਰੂ ਖਾਲਸਾ ਪੰਥ ਨੂੰ ਇਤਿਹਾਸ ਨੂੰ ਵਧਾ ਕੇ ਲਿਖਣ ਜਾ ਰਿਹਾ ਹਾਂ ਵਿਸਥਾਰ ਪੂਰਵਕ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਤੱਕ 10 ਪਾਤਸ਼ਾਹੀਆਂ ਦਾ ਇਤਿਹਾਸ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਭੇਜਿਆ, ਪੰਜਾਬ ਦੀ ਧਰਤੀ ਦੇ ਉੱਪਰੋਂ ਮੁਗਲ ਹਕੂਮਤ ਦੀ ਜੜ ਪੱਟੀ ਗਈ, ਕਿਸ ਤਰ੍ਹਾਂ ਕਾਬਲ ਕੰਧਾਰ ਤੱਕ, ਜੰਮੂ ਕਸ਼ਮੀਰ ਤੱਕ, ਬਲੋਚਿਸਤਾਨ ਤੱਕ, ਅਫਗਾਨਿਸਤਾਨ ਤੱਕ ਗੁਰੂ ਕੇ ਖਾਲਸਿਆਂ ਨੇ ਮੱਲਾਂ ਮਾਰੀਆਂ, ਕਿਸ ਤਰ੍ਹਾਂ ਦਿੱਲੀ ਦੇ ਤਖਤ ਨੂੰ ਲਾਲ ਕਿਲੇ ਨੂੰ 19 ਵਾਰ ਗੁਰੂ ਕੇ ਖਾਲਸੇ ਨੇ ਜਿੱਤ ਕੇ 19 ਵਾਰ ਲਾਲ ਕਿਲੇ ਦੇ ਉੱਤੇ ਖਾਲਸਾ ਜੀ ਗੁਰੂ ਕੇ ਨਿਸ਼ਾਨ ਚਲਾਏ, ਉਹ ਹੁਣ ਮੈਂ ਅੱਗੇ ਵਿਸਤਾਰ ਪੂਰਵਕ ਦੱਸਣ ਜਾ ਰਿਹਾ ਹਾਂ। ਦੋਹਰਾ ਜਬ ਪਾਤਸ਼ਾਹੇ ਇਮ ਕਿਹੋ ਇਨ ਦਿਓ ਰਾਜ ਕਿਨ ਨਾਹੇ। ਭਾਈ ਸਾਹਿਬ ਕਹਿੰਦੇ ਜਦੋਂ ਬਾਦਸ਼ਾਹ ਨੇ ਦਿੱਲੀ ਦੇ ਝੂਠੇ ਕਪਟੀ ਬਾਦਸ਼ਾਹ ਨੇ ਅੰਗਰੇਜ਼ ਸਰਕਾਰ ਨੂੰ ਇਸ ਤਰ੍ਹਾਂ ਕਿਹਾ ਕਿ ਇਹਨਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ। ਰਈਅਤ ਆਕੀ ਹਮ ਭਈ ਆਏ ਨਾਦਰ ਅਹਿਮਦ ਸ਼ਾਹ, ਬਲਕਿ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਨਾਦਰ ਸ਼ਾਹ ਦੇ ਸਮੇਂ ਤੋਂ, ਅਹਿਮਦ ਸ਼ਾਹ ਦੇ ਸਮੇਂ ਤੋਂ ਇਹ ਆਕੀ ਲੋਕ ਨੇ, ਇਹ ਬਾਗੀ ਲੋਕ ਨੇ, ਅੱਤਵਾਦੀ ਨੇ, ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ। ਪਰ ਫਿਰ ਵੀ ਇਹ ਦਿੱਲੀ ਸਰਕਾਰ ਦਾ ਵੱਡਾ ਦਿਲ ਹੈ ਕਿ ਅਸੀਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ, ਇਹ ਜਿਵੇਂ ਰਹਿਣਾ ਚਾਹੁੰਦੇ ਨੇ ਉਸ ਤਰ੍ਹਾਂ ਇਸ ਧਰਤੀ ਤੇ ਰਹਿ ਸਕਦੇ ਨੇ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਝੂਠ ਬੋਲ ਕਰਕੇ ਦਿੱਲੀ ਦਾ ਕਪਟੀ ਬਾਦਸ਼ਾਹ ਆਪਣਾ ਪੱਲਾ ਝਾੜਦਾ ਹੈ। ਚੌਪਈ ਤਬ ਅੰਗਰੇਜ਼ਨ ਤਿਉ ਹੀ ਲਿਖ ਲਿਓ। ਭਾਈ ਰਤਨ ਸਿੰਘ ਜੀ ਕਹਿੰਦੇ ਅੰਗਰੇਜ਼ ਸਰਕਾਰ ਨੇ ਸੱਚ ਝੂਠ ਦੀ ਪੜਚੋਲ ਕਰਨ ਤੋਂ ਬਿਨਾ ਉਸੇ ਤਰ੍ਹਾਂ ਲਿਖ ਦਿੱਤਾ ਜੋ ਸੁਣਿਆ ਸੀ। ਸਿੰਘਨ ਰਾਜ ਨਾ ਕਿਨਹੂ ਦਿਓ, ਔਰ ਇਹ ਵੀ ਲਿਖ ਦਿੱਤਾ ਕਿ ਇਹਨਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਇਹ ਲੋਕ ਬਾਗੀ ਨੇ, ਅੱਤਵਾਦੀ ਨੇ। ਨਹੀਂ ਪਰਵਾਨੋ ਸਿੰਘਾ ਪਾਹੇ, ਔਰ ਕਹਿੰਦੇ ਭਾਵੇਂ ਉਹਨਾਂ ਨੇ ਲਿਖ ਦਿੱਤਾ ਪਰ ਇਹ ਬਿਲਕੁਲ ਝੂਠ ਸੀ। ਖਾਲਸਾ ਪੰਥ ਦੇ ਵਿੱਚ ਇਹ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਸੀ। ਨਹੀਂ ਬਖਸ਼ ਕਿਨ ਕਰੀ ਪਾਤਸ਼ਾਹ, ਨਾ ਹੀ ਕਿਸੇ ਬਾਦਸ਼ਾਹ ਦੀ ਝੂਠੀਆਂ ਕਹਾਣੀਆਂ ਦੀ ਪਰਵਾਹ ਕਰਦਾ ਖਾਲਸਾ, ਨਾ ਹੀ ਕਿਸੇ ਕਪਟੀ ਬਾਦਸ਼ਾਹ ਦੀ ਪਰਵਾਹ ਕਰਦਾ, ਕਿਉਂਕਿ ਗੁਰੂ ਕਾ ਖਾਲਸਾ ਪੰਥ ਆਨ ਨਾ ਮਾਨੈ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹੇ। ਜੇ ਖਾਲਸਾ ਪੰਥ ਕਿਸੇ ਦੀ ਚਾਕਰੀ ਕਰਦਾ, ਕਿਸੇ ਦੀ ਪਰਵਾਹ ਕਰਦਾ, ਕਿਸੇ ਦੀ ਆਨ ਮੰਨਦਾ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਆਨ ਮੰਨਦਾ ਹੈ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ। ਸੰਸਾਰ ਦੇ ਝੂਠਿਆਂ ਬਾਦਸ਼ਾਹਾਂ ਦੇ ਹੁਕਮਾਂ ਦੀ ਪਰਵਾਹ ਗੁਰੂ ਕਾ ਖਾਲਸਾ ਸਦੀਆਂ ਤੋਂ ਕਰਦਾ ਨਹੀਂ ਆਇਆ। ਦਲੀਸ਼ ਕਿਹੋ ਤਿਮ ਲਿਖਿਓ ਕਿਤਾਬ, ਕਹਿੰਦੇ ਨੇ ਜਿਸ ਤਰ੍ਹਾਂ ਦਿੱਲੀ ਦੇ ਬਾਦਸ਼ਾਹ ਨੇ ਕਿਹਾ ਉਸ ਤਰ੍ਹਾਂ ਇਹਨਾਂ ਨੇ ਲਿਖ ਕੇ ਇੱਕ ਕਿਤਾਬ ਬਣਾ ਲਈ। ਹੁਕਮ ਪਾਏ ਯੋ ਧਰੀ ਸਿਤਾਬ, ਕਹਿੰਦੇ ਨੇ ਹੁਕਮ ਮੰਨ ਕੇ ਇੰਗਲੈਂਡ ਦੀ ਰਾਣੀ ਦਾ ਇਸ ਤਰ੍ਹਾਂ ਇਤਿਹਾਸ ਲਿਖ ਕੇ ਉਹ ਕਿਤਾਬ ਵਾਪਸ ਇੰਗਲੈਂਡ ਦੀ ਰਾਣੀ ਕੋਲ ਭੇਜਣ ਦੀ ਤਿਆਰੀ ਕਰਨ ਲੱਗੇ। ਜੋ ਨਹਿ ਪਰਵਾਨੋ ਸਿੰਘਨ ਪਾਏ, ਕਹਿੰਦੇ ਨੇ ਜਿਹੜੀ ਕਿ ਬਿਲਕੁਲ ਵੀ ਖਾਲਸਾ ਪੰਥ ਦੇ ਵਿੱਚ ਇਹ ਝੂਠੀਆਂ ਕਹਾਣੀਆਂ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ ਸਨ। ਉਹ ਨਹਿ ਬਖਸ਼ੋ ਕਿਨ ਪਾਤਸ਼ਾਹ, ਕਹਿੰਦੇ ਨੇ ਉਹ ਕਿਸੇ ਤਰ੍ਹਾਂ ਵੀ ਬਖਸ਼ਿਆ ਨਹੀਂ ਜਾ ਸਕਦਾ ਸੀ ਬਾਦਸ਼ਾਹ
ਜਿਸ ਬਾਦਸ਼ਾਹ ਨੇ ਖਾਲਸਾ ਪੰਥ ਪ੍ਰਤੀ ਇਸ ਤਰ੍ਹਾਂ ਝੂਠ ਉਚਾਰਿਆ। ਰਈਅਤ ਆਕੀ ਕਬ ਰਹਿਨੇ ਪਾਏ। ਕਿਉਂਕਿ ਖਾਲਸਾ ਪੰਥ ਆਕੀ ਨਹੀਂ, ਖਾਲਸਾ ਪੰਥ ਅੱਤਵਾਦੀ ਨਹੀਂ, ਬਲਕਿ ਗੁਰੂ ਕਾ ਖਾਲਸਾ, ਗੁਰੂ ਕੇ ਸਿੱਖ ਸਦੀਆਂ ਤੋਂ ਖਾਲਸਾ ਜੀ ਸ਼ਾਂਤੀ ਦਾ ਉਪਦੇਸ਼ ਤਾਂ ਕਰਦੇ ਨੇ, ਪਰ ਜੇ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਵਿਰਾਸਤ ਵਿੱਚ ਮਿਲਿਆ ਕਿ ਜ਼ੁਲਮੀ ਬਾਬਰ ਬਾਦਸ਼ਾਹ ਨੂੰ ਜ਼ਾਬਰ ਕਹਿਣ ਦੀ ਹਿੰਮਤ ਗੁਰੂ ਕਾ ਖਾਲਸਾ ਸਦੀਆਂ ਤੋਂ ਕਰਦਾ ਆਇਆ ਹੈ। ਲਈ ਅਗੇਨ ਤੈ ਮੁਲਕ ਛਨਾਏ। ਕਹਿੰਦੇ ਕਿਸ ਤਰ੍ਹਾਂ ਇਹਨਾਂ ਤੋਂ ਮੁਗਲ ਹਕੂਮਤ ਤੋਂ ਮੁਲਕ ਖਾਲਸੇ ਪੰਥ ਨੇ ਛਡਵਾਇਆ। ਇਹ ਦਿੱਲੀ ਦਾ ਬਾਦਸ਼ਾਹ ਤਾਂ ਨਹੀਂ ਦੱਸਦਾ, ਪਰ ਭਾਈ ਸਾਹਿਬ ਦੱਸਣਗੇ ਸੱਚ ਹੈ ਕਿ ਅੰਗਰੇਜ਼ ਸਰਕਾਰ ਨੇ ਤਾਂ ਕੇਵਲ 100 ਸਾਲ ਖਾਲਸਾ ਜੀ ਭਾਰਤ ਤੇ ਕਬਜ਼ਾ ਕੀਤਾ ਸੀ, ਭਾਰਤ ਨੂੰ ਗੁਲਾਮ ਬਣਾਇਆ ਸੀ, ਪਰ 700 ਸਾਲ ਤੋਂ ਮੁਗਲ ਹਕੂਮਤ ਨੇ ਭਾਰਤ ਨੂੰ ਗੁਲਾਮ ਬਣਾਇਆ ਸੀ। ਇਸ ਬਾਰੇ ਅੱਜ ਨਾ ਤਾਂ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ, ਨਾ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਖਾਲਸਾ ਪੰਥ ਨੇ ਆਪਣੀ ਕਿਸੇ ਰੰਜਿਸ਼ ਕਰਕੇ ਜਾਂ ਆਪਣੀ ਜ਼ਮੀਨ ਜਾਇਦਾਦ ਕਰਕੇ ਜੰਗਾਂ ਨਹੀਂ ਕੀਤੀਆਂ, ਆਪਣੇ ਕਿਸੇ ਹੋਰ ਕਾਰਨ ਕਰਕੇ ਸੰਘਰਸ਼ ਨਹੀਂ ਕੀਤਾ, ਬਲਕਿ ਜੇ ਗੁਰੂ ਕੇ ਸਿੱਖਾਂ ਨੇ ਬੰਦ-ਬੰਦ ਕਟਵਾਇਆ, ਖੋਪੜੀਆਂ ਲੁਹਾਈਆਂ ਤੇ ਕੇਵਲ ਭਾਰਤ ਦੀਆਂ ਬਹੂ ਬੇਟੀਆਂ ਦੀ ਰਾਖੀ ਵਾਸਤੇ ਹੀ ਬੰਦ-ਬੰਦ ਕਟਵਾਏ ਨੇ। ਭਾਰਤ ਦੀਆਂ ਬਹੂ ਬੇਟੀਆਂ ਦੀ ਰਾਖੀ ਵਾਸਤੇ ਗੁਰੂ ਕੇ ਖਾਲਸੇ ਨੇ ਖੋਪੜ ਲੁਹਾਏ ਨੇ। ਸੱਚ ਹੈ, ਜਦੋਂ ਅਹਿਮਦ ਸ਼ਾਹ ਅਬਦਾਲੀ ਜਾਂ ਨਾਦਰ ਸ਼ਾਹ ਭਾਰਤ ਦੇ ਵਿੱਚੋਂ ਬਹੂ ਬੇਟੀਆਂ ਨੂੰ ਗੁਲਾਮ ਬਣਾ ਕਰਕੇ ਆਪਣੇ ਦੇਸ਼ ਵੱਲ, ਗਜਨੀ ਵੱਲ ਵੱਧਦਾ ਸੀ, ਕਹਿੰਦੇ ਇੱਕ ਦਿਨ ਦੇ ਵਿੱਚ 70,000 ਤੋਂ ਵੱਧ ਧੀਆਂ ਭੈਣਾਂ ਭਾਰਤ ਦੀ ਇੱਜ਼ਤ ਆਬਰੂ ਨੂੰ ਗੁਰੂ ਕਾ ਖਾਲਸਾ ਪੰਥ ਮੁਗਲ ਹਕੂਮਤ ਤੋਂ ਬਚਾਉਂਦਾ ਸੀ, ਇਨ੍ਹਾਂ ਪਠਾਨਾਂ ਤੋਂ ਬਚਾਉਂਦਾ ਸੀ, ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਵਰਗੇ ਇਨ੍ਹਾਂ ਜ਼ੁਲਮੀ ਬਾਦਸ਼ਾਹ, ਜ਼ੁਲਮੀ ਹਾਕਮਾਂ ਤੋਂ ਬਚਾਉਂਦਾ ਸੀ। ਸੋ ਖਾਲਸਾ ਜੀ, ਇਹ ਸਾਡੇ ਪੂਰਵਜਾਂ ਦਾ, ਸਾਡੇ ਵੱਡੇ ਵਡੇਰਿਆਂ ਦਾ ਇਹ ਮਾਣ ਮੱਤਾ ਇਤਿਹਾਸ ਹੈ ਕਿ ਗੁਰੂ ਕੇ ਖਾਲਸੇ, ਸਾਡੇ ਵੱਡੇ ਵਡੇਰੇ ਕਿਸੇ ਦੇ ਉੱਤੇ ਹੋ ਰਹੇ ਅਤਿਆਚਾਰ ਨੂੰ ਨਾ ਸਹਿੰਦੇ ਹੋਏ ਸੰਘਰਸ਼ ਕਰਨ ਲਈ ਤਿਆਰ ਹੋ ਜਾਂਦੇ ਨੇ, ਪਰ ਕਿਸੇ ਤੇ ਅਤਿਆਚਾਰ, ਕਿਸੇ ਤੇ ਜ਼ੁਲਮ ਸਹਿਣਦੇ ਨਹੀਂ। ਰਈਅਤ ਆਕੀ ਕਬ ਰਹਿਨੇ ਪਾਏ। ਜਬ ਅੰਗਰੇਜ਼ਨ ਇਮ ਲਿਖ ਧਰਿਓ। ਕਹਿੰਦੇ ਅੰਗਰੇਜ਼ਾਂ ਨੇ ਤਾਂ ਦਿੱਲੀ ਦੇ ਬਾਦਸ਼ਾਹ ਵਾਲੀ ਸਾਰੀਆਂ ਗੱਲਾਂ ਲਿਖ ਦਿੱਤੀਆਂ। ਦੁਸ਼ਟ ਮੁਗਲ ਤਬ ਖੁਸ਼ੀਆਂ ਨ ਭਰਿਓ। ਤੇ ਕਹਿੰਦੇ ਖਾਲਸੇ ਪੰਥ ਦਾ ਝੂਠਾ ਇਤਿਹਾਸ ਦੱਸ ਕੇ ਨਾ ਮੌਕੇ ਦੇ ਸਰਕਾਰ, ਮੁਗਲ ਹਕੂਮਤ ਬੜੀ ਖੁਸ਼ ਹੋਈ ਕਿ ਅਸੀਂ ਅੰਗਰੇਜ਼ ਸਰਕਾਰ ਨੂੰ ਝੂਠ ਲਿਖਾ ਦਿੱਤਾ ਤੇ ਹੁਣ ਅੰਗਰੇਜ਼ ਸਰਕਾਰ ਵੀ ਸਿੱਖਾਂ ਦੀ ਵੈਰੀ ਬਣ ਜਾਵੇਗੀ। ਤੇ ਮੈਂ ਅਕਸਰ ਬੇਨਤੀ ਕਰਦਾ, ਮੱਸੇ ਰੰਗੜ ਦੇ ਅਹਿਮਦ ਸ਼ਾਹ ਅਬਦਾਲੀ ਦੇ ਵਾਰਿਸ ਤੇ ਅੱਜ ਵੀ ਬੜੇ ਮਿਲਣਗੇ, ਪਰ ਖਾਲਸਾ ਜੀ ਹੁਣ ਲੋੜ ਹੈ ਅਸੀਂ ਵਾਰਿਸ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਬਣੀਏ। ਹੁਣ ਲੋੜ ਹੈ ਅਸੀਂ ਵਾਰਿਸ ਧੰਨ ਬਾਬਾ ਦੀਪ ਸਿੰਘ, ਧੰਨ ਭਾਈ ਮਨੀ ਸਿੰਘ ਦੇ ਬਣੀਏ, ਧੰਨ ਭਾਈ ਤਾਰੂ ਸਿੰਘ ਦੇ ਬਣੀਏ। ਕਿਰਤ ਕਰਦੇ ਹੋਏ ਵੀ, ਕਾਰ ਵਿਹਾਰ ਕਰਦੇ ਹੋਏ ਵੀ ਮੈਂ ਬੇਨਤੀ ਕਰਾਂ, ਜਦੋਂ ਗੁਰੂ ਕਾ ਸਿੱਖ ਗਲੀ ਤੋਂ ਵੀ ਲੰਘ ਰਿਹਾ ਹੋਵੇ ਨਾ, ਤੇ ਗੁਰੂ ਕੇ ਸਿੱਖ ਦਾ ਜੀਵਨ ਐਸਾ ਰੂਹਾਨੀਅਤ ਭਰਿਆ ਹੋਣਾ ਚਾਹੀਦਾ ਹੈ ਕਿ ਸਿੱਖ ਲੰਘ ਵੀ ਰਿਹਾ ਹੋਵੇ ਤੇ ਜਾਂਦਾ ਰਾਹੀ ਵੇਖ ਕੇ ਹੱਥ ਜੋੜ ਕੇ ਕਵੇ ਕਿ ਗੁਰੂ ਕਾ ਖਾਲਸਾ ਜਾ ਰਿਹਾ। ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਜਿੱਦਣ ਗੁਰੂ ਗੋਬਿੰਦ ਸਿੰਘ ਦੀ ਛਵੀ ਨਜ਼ਰ ਆਉਣ ਲੱਗ ਜਾਵੇ, ਸਮਝ ਲਿਓ ਗੁਰੂ ਨੇ ਕਿਰਪਾ ਕਰਕੇ ਸਿੱਖੀ ਝੋਲੀ ਵਿੱਚ ਪਾ ਦਿੱਤੀ ਹੈ। ਸਿੱਖ ਹੈ ਹੀ ਉਹ, ਜਿਸ ਸਿੱਖ ਨੂੰ ਵੇਖ ਕੇ ਗੁਰੂ ਚੇਤੇ ਆ ਜਾਵੇ, ਸਮਝਿਓ ਉਹਦੇ ਵਰਗਾ ਸਿੱਖ ਕੋਈ ਵੀ ਨਹੀਂ। ਸੋ ਖਾਲਸਾ ਜੀ, ਇਤਿਹਾਸ ਤੋਂ ਸਿੱਖਿਆ ਲਈਏ, ਵਾਰਿਸ ਬਣੀਏ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ। ਆਉਣ ਵਾਲੇ ਦਿਨ ਦੇ ਵਿੱਚ ਆਪਾਂ ਪ੍ਰਸੰਗ ਸਰਵਣ ਕਰਾਂਗੇ ਕਿਸ ਤਰ੍ਹਾਂ ਲੁੱਧਪੁਰ ਦੀ ਧਰਤੀ ਤੇ ਮਿਸਟਰ ਲੋਣੀ ਅਖਤਰ ਜਰਨੈਲ ਦੇ ਨਾਲ ਭਾਈ ਰਤਨ ਸਿੰਘ ਭੰਗੂ ਜੀ ਦੀ ਮੁਲਾਕਾਤ ਹੋਈ, ਤੇ ਭਾਈ ਰਤਨ ਸਿੰਘ ਭੰਗੂ ਝੂਠੇ ਇਤਿਹਾਸ ਨੂੰ ਜਦੋਂ ਵੇਖਦੇ ਆ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਸੱਚਾ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਿਸਟਰ ਲੋਣੀ ਅਖਤਰ ਨੂੰ ਦੱਸਦੇ ਨੇ। ਉਹ
ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸੋ ਬੋਲਦਿਆਂ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਸਤਿਗੁਰੂ ਤੋਂ ਆਪ ਸਭ ਸੰਗਤ ਤੋਂ ਖਿਮਾ ਦੇ ਜਾਚਕ ਹਾਂ। ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਹਾਜ਼ਰੀਆਂ ਭਰੀਏ, ਕਿਉਂਕਿ ਖਾਲਸਾ ਪੰਥ ਦੇ ਇਤਿਹਾਸ ਨੂੰ ਸੁਣੀਏ, ਬੱਚਿਆਂ ਨੂੰ ਸੁਣਾਈਏ। ਭਾਵੇਂ ਵਿਦੇਸ਼ਾਂ ਦੇ ਵਿੱਚ ਵਿਚਰੀਏ ਪਰ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਅਸੀਂ ਵਾਰਿਸ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਹਾਂ। ਸਾਡੀਆਂ ਧੀਆਂ ਭੈਣਾਂ ਨੂੰ ਪਤਾ ਹੋਵੇ ਕਿ ਅਸੀਂ ਵਾਰਿਸ ਮਾਤਾ ਭਾਗ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਹਾਂ। ਸੋ ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्व में दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक, हे अपरंपर हर हरे है पी होवनहार, हे संत के सदा संग नेदारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो हियै, आए प्रभ शरणागति कृपा निध दयाल, एक अखर हर मन बसत नानक कथा निता प्रत होत है, सुनो सुसिंग सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह। सो निहाल